ਫਾਸਟਵੇ ਟੀਵੀ ਦੇਖਦੇ ਸਰੋਤਿਆਂ ਨੂੰ ਮੇਰੇ ਬੰਨਿਓ ਸਤਿ ਸ੍ਰੀ ਅਕਾਲ। ਅੱਜ ਫੌਜ ਨੇ ਨਰਿੰਦਰ ਮੋਦੀ ਅੱਤਵਾਦੀ ਨੂੰ ਲਲਕਾਰਿਆ। ਇੱਕ ਤਾਂ ਇਹ ਖਬਰ ਦਿਖਾਣੇ ਆ। ਦੂਸਰੀ ਖਬਰ ਇਹ ਹੈ, ਇੱਕ ਲੇਡੀਜ਼ ਆ ਜੋ ਜੋਤਿਸ਼ ਵਿਦਿਆ ਕਰਦੀ ਆ, ਉਸਨੇ ਅੱਜ ਇੱਕ ਮੁੰਡੇ ਨੂੰ 21 ਸਾਲ ਦੇ ਨੂੰ ਕੁੱਟ-ਕੁੱਟ ਕੇ ਮਾਰਿਆ। ਇਹ ਖਬਰ ਤੁਹਾਨੂੰ ਦਿਖਾਣੇ ਆ। ਇੱਕ ਸਰਪੰਚ ਨੇ ਤੇ ਐਮਐਲਏ ਨੇ ਧਮਕੀ ਦਿੱਤੀ ਹੈ ਕਿ ਅਸੀਂ 10 ਵੀ ਬੰਦੇ ਮਾਰ ਦਈਏ ਤਾਂ ਵੀ ਕੋਈ ਸਾਡੇ ਤੇ ਕੇਸ ਨਹੀਂ ਹੁੰਦਾ। ਇੱਕ ਇਹ ਖਬਰ ਦਿਖਾਣੇ ਆ। ਇੱਕ ਬੱਸ ਦੇ ਮਗਰ ਮੋਟਰਸਾਈਕਲ ਸੀ ਜਿਹਦੇ ਉੱਤੇ ਗੁੰਡੇ ਸਵਾਰ ਸੀ। ਉਹਨਾਂ ਨੇ ਰਾਹ ਮੰਗਿਆ ਬੱਸ ਵਾਲੇ ਤੋਂ, ਉਹਨੂੰ ਲੈ ਕੇ ਲੜਾਈ ਹੋ ਪਈ। ਡਰਾਈਵਰ ਦੇ ਲੱਤਾਂ 'ਚ ਉਹਨਾਂ ਨੇ ਗੋਲੀ ਮਾਰੀ। ਉਹ ਵੀ ਖਬਰ ਤੁਹਾਨੂੰ ਦਿਖਾਣੇ ਆ। ਜੋਗੀ ਬੰਨਿਓ ਕਿਸਾਨਾਂ ਦੇ ਉੱਤੇ ਨਜਾਇਜ਼ ਪਰਚੇ ਪਾਏ ਜਾ ਰਹੇ ਨੇ ਕਿ ਜਿਨ੍ਹਾਂ ਦੇ ਹੱਥ 'ਚ ਕਿਸਾਨ ਝੰਡਾ ਚੱਕਿਆ ਹੁੰਦਾ ਉਹਨਾਂ ਉੱਤੇ ਜਦੇ ਪਰਚਾ ਪਾ ਦਿੰਦੀ ਹੈ ਯੂਪੀ ਦੀ ਸਰਕਾਰ। ਇੱਕ ਇਹ ਖਬਰ ਤੁਹਾਨੂੰ ਦਿਖਾਣੇ ਆ। ਫਾਸਟਵੇ ਟੀਵੀ ਦੇ ਸਰੋਤਿਆਂ ਨੂੰ ਇਹ ਵੀ ਦੱਸਣਾ ਬਣਦਾ ਕਿ ਟੀਵੀ ਦੀ ਸਕਰੀਨ ਤੇ ਤੁਸੀਂ ਦੇਖਦੇ ਹੁੰਦੇ ਹੋ ਕਿ ਜੁੱਤੀਆਂ ਪੈਂਦੀਆਂ ਹੁੰਦੀਆਂ ਨੇ ਲੀਡਰਾਂ ਦੇ। ਇਹ ਜੁੱਤੀਆਂ ਕਿਉਂ ਫਾਸਟਵੇ ਟੀਵੀ ਚੈਨਲ ਇਹ ਲੀਡਰਾਂ ਦੇ ਮਾਰ ਰਿਹਾ? ਜੁੱਤੀਆਂ ਇਹਨਾਂ ਦੇ ਕਿਉਂ ਪੈਂਦੀਆਂ ਨੇ ਤੁਹਾਨੂੰ ਦੱਸ ਦਿੰਦੇ ਕਿ ਅੱਜ ਤੁਸੀਂ ਦੇਖਦੇ ਹੋ ਕਿ ਦਿੱਲੀ ਦੇ ਬਾਰਡਰਾਂ ਦੇ ਉੱਤੇ ਬੱਚੇ ਵੀ ਨੇ, ਬਜ਼ੁਰਗ ਵੀ ਨੇ ਜੋ ਬਾਹਰ ਮੈਦਾਨ 'ਚ ਪਏ ਨੇ। ਠੰਡ ਦੇ ਨਾਲ ਰੋਜ਼ ਮੌਤਾਂ ਹੋ ਰਹੀਆਂ ਨੇ ਪਰ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਇਹ ਇਨਸਾਨੀਅਤ ਦੇ ਕਾਤਲ ਨੇ। ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਲੋਕਾਂ ਨੂੰ ਜਾਤਾਂ ਪਾਤਾਂ ਧਰਮਾਂ 'ਚ ਵੰਡ ਕੇ ਇਨਸਾਨੀਅਤ ਦਾ ਕਤਲੇਆਮ ਕਰਦੇ ਨੇ ਤੇ ਕਰਦੇ ਹੀ ਆ ਰਹੇ ਨੇ, ਅੱਗੇ ਵੀ ਕਰ ਰਹੇ ਨੇ। ਇਹ ਉਦੋਂ ਤੱਕ ਜੁੱਤੀਆਂ ਇਦਾਂ ਹੀ ਪੈਂਦੀਆਂ ਰਹਿਣਗੀਆਂ ਜਦ ਤੱਕ ਇਹ ਆਪਣੀਆਂ ਕੁਰਸੀਆਂ ਛੱਡ ਕੇ ਥੱਲੇ ਨਹੀਂ ਉਤਰ ਜਾਂਦੇ, ਦੇਸ਼ ਨੂੰ ਆਜ਼ਾਦ ਨਹੀਂ ਕਰ ਦਿੰਦੇ, ਦੇਸ਼ ਦੇ ਲੋਕਾਂ ਨੂੰ ਆਜ਼ਾਦ ਨਹੀਂ ਕਰ ਦਿੰਦੇ। ਜਦ ਤੱਕ ਇਹਨਾਂ ਦੇ ਜੁੱਤੀਆਂ ਇਦਾਂ ਹੀ ਪਹਿਣਗੀਆਂ। ਤੁਸੀਂ ਕਹਿੰਦੇ ਹੋਵੋਗੇ ਪ੍ਰਕਾਸ਼ ਬਾਦਲ ਦੇ ਜੁੱਤੀਆਂ ਕਿਉਂ ਪੈ ਰਹੀਆਂ ਨੇ? ਉਹ ਤਾਂ ਹੁਣ ਸੱਤਾ ਦੇ ਵਿੱਚ ਹੀ ਨਹੀਂ। ਉਹਦੇ ਜੁੱਤੀਆਂ ਇਸ ਕਰਕੇ ਪੈ ਰਹੀਆਂ ਨੇ ਕਿਉਂਕਿ ਉਹ ਗੁਰੂ ਘਰਾਂ ਦੀ ਗੋਲਕ ਦੇ ਉੱਤੇ ਉਹਨੇ ਕਬਜ਼ਾ ਕੀਤਾ ਹੋਇਆ। ਉਹਨੇ ਜੰਗੀਰੋਂ ਨੂੰ ਜੇਲ੍ਹ ਚੋਂ ਲਿਆ ਕੇ ਪ੍ਰਧਾਨ ਬਣਾਤਾ। ਇਸ ਕਰਕੇ ਉਹਦੇ ਜੁੱਤੀਆਂ ਪੈਂਦੀਆਂ ਨੇ ਕਿ ਗੁਰੂ ਦੀ ਗੋਲਕ ਖਾਂਦਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਉਂਦਾ। ਉਹ ਚੰਡਾਲ ਅੱਤਵਾਦੀ ਕੁੱਤੇ ਦੇ ਜੁੱਤੀਆਂ ਤਾਂ ਪੈਂਦੀਆਂ ਨੇ, ਤਾਂ ਕਰਕੇ ਟੀਵੀ ਦੀ ਸਕਰੀਨ ਤੇ ਤੁਸੀਂ ਜੁੱਤੀਆਂ ਉਹਦੇ ਪੈਂਦੀਆਂ ਦੇਖ ਰਹੇ ਹੋ। ਪਰ ਚੈਨਲ ਦਾ ਕਿਸੇ ਦੇ ਨਾਲ ਨਿੱਜੀ ਮਾਮਲਾ ਕੋਈ ਨਹੀਂ ਹੈਗਾ। ਜੁੱਤੀਆਂ ਇਹਨਾਂ ਦੇ ਤਾਂ ਪੈਂਦੀਆਂ ਨੇ ਕਿ ਪਬਲਿਕ ਦਾ ਇਹ ਨੁਕਸਾਨ ਕਰਦੇ ਨੇ। ਇਨਸਾਨੀਅਤ ਦੇ ਇਹ ਕਾਤਲ ਨੇ। ਨਰਿੰਦਰ ਮੋਦੀ ਅੱਤਵਾਦੀ ਨੇ ਹੁਣ ਇੱਕ ਯੋਜਨਾ ਚਲਾਈ ਹੈ, ਪ੍ਰਧਾਨ ਮੰਤਰੀ ਯੋਜਨਾ। ਉਹ ਪ੍ਰਧਾਨ ਮੰਤਰੀ ਯੋਜਨਾ ਦੇ ਵਿੱਚ 2-2 ਹਜ਼ਾਰ ਰੁਪਈਆ ਇੱਕ ਕਿਸਾਨ ਨੂੰ ਦਿੱਤਾ ਜਾਊਗਾ। ਦੇਖੋ ਕਿੱਦਾਂ ਦਾ ਡਰਾਮਾ ਖੇਡ ਰਿਹਾ। 2000 ਰੁਪਈਏ ਦੇ ਨਾਲ ਕੀ ਹੋ ਜਾਊਗਾ? 2000 ਰੁਪਈਏ ਦੇ ਨਾਲ ਇਹ ਲੋਕਾਂ ਨੂੰ ਖਰੀਦ ਰਿਹਾ ਕਿ ਜੀ ਲੋਕ ਬੋਲਣ ਨਾ, ਲੋਕ ਆਵਾਜ਼ ਨਾ ਉਠਾਉਣ ਆਪਣੇ ਹੱਕਾਂ ਦੀ, ਤੇ 2000 ਰੁਪਈਆ ਦੇ ਕੇ ਉਹਨਾਂ ਦੀ ਜ਼ਮੀਨ ਹੀ ਦੱਬ ਲੂੰਗਾ। ਜਿਹੜੀ ਥੋੜੀ ਬਹੁਤੀ ਜ਼ਮੀਨ ਅਗਲੇ ਕੋਲੇ ਹੈਗੀ ਆ ਉਹ ਵੀ ਦੱਬ ਲੂੰਗਾ। ਬੋਲਣਗੇ ਨਹੀਂ ਜੀ। ਪ੍ਰਧਾਨ ਮੰਤਰੀ ਨੇ 2000 ਰੁਪਈਆ ਦੇਤਾ। ਜਿਹੜਾ ਪ੍ਰਧਾਨ ਮੰਤਰੀ 2000 ਦੇ ਨਾਂ ਦੇ ਉੱਤੇ ਤੁਹਾਨੂੰ ਜ਼ਹਿਰ ਦੇ ਰਿਹਾ, ਜ਼ਹਿਰ ਦੇ ਕੇ ਤੁਹਾਡੀਆਂ ਜ਼ਮੀਨਾਂ ਦੱਬਣਾ ਚਾਹੁੰਦਾ, ਤੁਹਾਡਾ ਸਭ ਕੁਝ ਖਤਮ ਕਰਨਾ ਚਾਹੁੰਦਾ। 2000 ਰੁਪਈਆ ਤੇ ਤਾਂ ਡਰਾਮਾ ਇੱਕ। ਇਹ ਐਡਾ ਖੋਤਾ ਆਦਮੀ ਆ, ਲੋਕਾਂ ਦੇ ਵਿੱਚ ਐਦਾਂ ਦੀ ਗੱਲ ਫੈਲਾਉਂਦਾ। ਉਹ ਜਿਹਾ ਤਾਂ ਚਾਲੂ ਮੀਡੀਆ, ਉਹ ਮੀਡੀਆ ਚਾਲੂ। ਦੇਖੋ ਜੀ ਪ੍ਰਧਾਨ ਮੰਤਰੀ ਨੇ ਇਹ ਕਰ ਦਿਆ, ਪ੍ਰਧਾਨ ਮੰਤਰੀ ਨੇ ਇਹ ਕਰ ਦਿਆ ਕਿ ਉਹਨਾਂ ਦੇ ਮੂੰਹ ਨੂੰ ਵੀ ਖੂਨ ਲੱਗਿਆ ਹੋਇਆ। ਉਹ ਵੀ ਖੂਨੀ ਮੀਡੀਆ, ਕਿਉਂਕਿ ਖੂਨ ਪੀ ਕੇ ਗਰੀਬਾਂ ਦਾ ਉਹ ਆਪਣਾ ਬਕ ਕਰਨ ਲੱਗ ਜਾਂਦਾ। ਇਨਸਾਨੀਅਤ ਦਾ ਕਾਤਲ। ਉਹ ਇਹਨਾਂ ਦਾ ਰੱਖਿਆ ਹੋਇਆ ਕੁੱਤੇ ਭੌਂਕਣ ਲਈ ਰੱਖੇ ਹੋਏ ਨੇ 3-4। ਉਹ ਕੁੱਤੇ ਭੌਂਕਦੇ ਰਹਿੰਦੇ ਨੇ ਤੇ ਲੋਕਾਂ ਦੇ ਵਿੱਚ ਗਲਤ ਪ੍ਰਚਾਰ ਕਰਦਾ ਰਹਿੰਦਾ। ਲਓ ਜੀ ਇੰਨੇ ਕਰੋੜ ਰੁਪਈਆ ਅਸੀਂ ਕਿਸਾਨਾਂ ਨੂੰ ਦੇ ਰਹੇ ਹਾਂ। ਉਹ ਕਿਸੇ ਇੱਕ ਕਿਸਾਨ ਨੂੰ ਥੋੜ੍ਹਾ ਦੇ ਰਹੇ ਹੋ ਤੁਸੀਂ। 2000 ਰੁਪਈਆ ਇੱਕ ਬੰਦੇ ਨੂੰ ਦੇ ਰਹੇ ਹੋ। 2 ਵਕਤ ਦੀ ਰੋਟੀ ਦੇ ਪੈਸੇ ਵੀ ਨਹੀਂ ਹੈਗੇ ਉਹ ਤੋਂ ਵੱਧ ਕੇ ਤੁਸੀਂ ਲੋਕਾਂ ਦੀਆਂ ਜ਼ਮੀਨਾਂ ਦੱਬ ਲੈਣੀਆਂ ਨੇ। ਜ਼ਮੀਨਾਂ ਦੱਬ ਕੇ ਤੁਸੀਂ ਰਿਲਾਇੰਸ ਨੂੰ ਦੇ ਰਹੇ ਹੋ। ਇਹ ਐਡਾ ਖੋਤਾ ਆਦਮੀ ਆ। ਇਹ ਐਡੀ ਗੰਦੀ ਪਾਰਟੀ ਆ ਬੀਜੇਪੀ ਅੱਤਵਾਦੀ। ਪੂਰੇ ਦੇਸ਼ ਨੂੰ ਬਰਬਾਦ ਕਰਨ ਲੱਗੇ ਹੋਏ ਨੇ। ਇਹਨਾਂ ਨੇ ਮੱਥ ਲਿਆ ਕਿ ਦੇਸ਼ ਨੂੰ ਬਰਬਾਦ ਕਰਨਾ। ਪਰ ਇਹਨਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਉੱਪਰ ਅੱਜ ਫੌਜ ਨੇ ਵੀ ਪਾਣੀ ਫੇਰਤਾ। ਉਹ ਵੀ ਤੁਹਾਨੂੰ ਨਿਊਜ਼ ਦਿਖਾਉਂਦੇ ਆ, ਤੁਸੀਂ ਆਪ ਹੀ ਸੁਣ ਲਿਓ। ਇਹ ਪੋਲੀਟੀਸ਼ੀਅਨ ਦੇਸ਼ ਦਾ ਗੰਦ ਆ। ਇੱਕ ਪੂਰੇ ਦੇਸ਼ ਨੂੰ ਬਰਬਾਦ ਕਰਦੇ ਆ ਰਹੇ ਨੇ। ਇਸੇ ਤਰ੍ਹਾਂ ਦੀ ਨਿਊਜ਼ ਇੱਕ ਪੰਜਾਬ ਦੇ ਵਿੱਚੋਂ ਆ। ਇੱਕ ਐਮਐਲਏ ਦੇ ਬੰਦੇ ਕਹਿੰਦੇ ਜੀ ਅਸੀਂ 10 ਵੀ ਬੰਦੇ ਮਾਰ ਦਈਏ ਨਾ ਸਾਨੂੰ ਕੁਝ ਨਹੀਂ ਹੋ ਸਕਦਾ। ਇੰਨੇ ਹੌਸਲੇ ਬੁਲੰਦ ਨੇ। ਕਿਉਂਕਿ ਹੌਸਲੇ ਕਿਉਂ ਬੁਲੰਦ ਨੇ? ਕਿਉਂਕਿ ਪੁਲਿਸ ਕਹਿੰਦੀ ਹੈ ਮਾਰੋ, ਕਤਲੇਆਮ ਕਰੋ, ਲੁੱਟਾ ਖੋਹਾਂ ਕਰੋ, ਬਲਾਤਕਾਰ ਕਰੋ, ਜੋ ਮਰਜ਼ੀ ਕਰੋ, ਸਾਨੂੰ ਪੈਸੇ ਦਿਵੋ। ਉਹ ਪੈਸੇ ਕਿਹਨੂੰ ਜਾਂਦੇ ਨੇ? ਅੱਗੇ ਐਮਐਲਏਆਂ ਨੂੰ। ਸਾਰੇ ਵੰਡ ਕੇ ਪੈਸੇ ਆਪੋ ਵਿੱਚ ਹੀ ਵੰਡ ਲੈਂਦੇ ਨੇ, ਖਾ ਲੈਂਦੇ ਨੇ। ਇਹ ਐਡੇ ਚੋਰ ਚੱਕੇ ਇਕੱਠੇ ਹੋਏ ਨੇ। ਦੇਸ਼ ਦੀ ਜਨਤਾ ਨੂੰ ਬੇਵਕੂਫ ਬਣਾਉਂਦੇ ਆ ਰਹੇ ਨੇ, ਅੱਗੇ ਵੀ ਬਣਾਉਣਾ ਚਾਹੁੰਦੇ ਨੇ। ਪਰ ਹੁਣ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ ਲੋਕ ਬੇਵਕੂਫ ਨਹੀਂ ਬਣਦੇ ਕਿ ਲੋਕਾਂ ਦੇ ਵਿੱਚ ਏਕਾ ਹੋ ਗਿਆ। ਇਹ ਪਰਮਾਤਮਾ ਦੀ ਕਿਰਪਾ,
कि लोग समझ गए ने, लोग सियाणे हो गए ने। पर ਇੱਥੇ ਇਹ ਵੀ ਦੱਸਣਾ ਬਣਦਾ ਵੀ ਜਿਹੜੇ ਲੋਕ ਰਾਸ਼ਨ ਕਾਰਡ ਦੇ ਉੱਪਰ ਕਣਕ ਲੈਂਦੇ ਨੇ, ਗਰੀਬ ਜਿਨ੍ਹਾਂ ਨੂੰ ਗਲੀ ਹੋਈ ਕਣਕ ਦਿੱਤੀ ਜਾਂਦੀ ਆ, ਅੱਜ ਉਹਨਾਂ ਨੂੰ ਆਪਣੀਆਂ ਅੱਖਾਂ ਖੋਲ ਲੈਣੀਆਂ ਚਾਹੀਦੀਆਂ ਨੇ। ਉਹਨਾਂ ਲਈ ਵੀ ਟਾਈਮ ਆ ਗਿਆ, ਉਹ ਆਪਣੀਆਂ ਅੱਖਾਂ ਖੋਲ ਲੈਣ, ਕਿਤੇ ਸੁੱਤੇ ਨਾ ਰਹਿ ਜਾਣ। ਕਿਉਂਕਿ ਜਿਹੜੀ ਕਣਕ ਉਹਨਾਂ ਨੂੰ ਮਿਲਦੀ ਆ ਨਾ, ਇਹ ਬੰਦ ਹੋ ਜਾਣੀ ਆ, ਬਹੁਤ ਜਲਦੀ ਬੰਦ ਹੋ ਜਾਣੀ ਆ। ਉਹਨਾਂ ਨੂੰ ਕੱਖ ਨਹੀਂ ਮਿਲਣਾ, ਕਿਉਂਕਿ ਇਹ ਸਾਰੀ ਕਣਕ ਉੱਤੇ ਰਿਲਾਇੰਸ ਦਾ ਕਬਜ਼ਾ ਹੋ ਜਾਣਾ। ਰਿਲਾਇੰਸ ਕਿਸੇ ਨੂੰ ਕੋਈ ਇੱਕ ਦਾਣਾ ਤੱਕ ਨਹੀਂ ਦਊਗਾ, ਗੌਰਮੈਂਟ ਕੋਲੇ ਰਹਿਣਾ ਕੁਛ ਨਹੀਂ, ਕਿਉਂਕਿ ਇੱਕ ਫੋਕੀ ਸਰਕਾਰ ਰਹਿ ਗਈ। ਰੇਲਵੇ ਵੀ ਚਲਾ ਗਿਆ ਰਿਲਾਇੰਸ ਕੋਲੇ, 에ਅਰਪੋਰਟ ਵੀ ਚਲੇ ਗਏ ਰਿਲਾਇੰਸ ਕੋਲੇ, ਜਿੰਨੀ ਵੀ ਸਰਕਾਰੀ ਮਸ਼ੀਨਰੀ ਸੀ ਉਹ ਸਾਰੀ ਰਿਲਾਇੰਸ ਲੈ ਗਿਆ। ਆਮ ਲੋਕਾਂ ਕੋਲੇ ਕੀ ਰਹਿ ਗਿਆ? ਕੁਛ ਵੀ ਨਹੀਂ, ਸਾਰਾ ਕੁਛ ਤਾਂ ਰਿਲਾਇੰਸ ਲੈ ਗਿਆ। ਹੁਣ ਜਿਹੜੇ ਲੋਕਾਂ ਨੂੰ ਕਣਕ ਮਿਲਦੀ ਆ, ਗਰੀਬਾਂ ਨੂੰ ਉਹਨਾਂ ਨੂੰ ਕਣਕ ਨਹੀਂ ਮਿਲਣੀ। ਪਰ ਅੱਜ ਜਿਨ੍ਹਾਂ ਨੂੰ ਕਣਕ ਮਿਲਦੀ ਹੈ, ਜੋ ਗਰੀਬ ਲੋਕ ਨੇ, ਉਹਨਾਂ ਨੂੰ ਵੀ ਇਹ ਅੰਦੋਲਨ ਦੇ ਵਿੱਚ ਹਿੱਸਾ ਪਾਉਣਾ ਚਾਹੀਦਾ। ਉਹਨਾਂ ਨੂੰ ਵੀ ਦਿੱਲੀ ਜਾਣਾ ਚਾਹੀਦਾ ਉਹ ਧਰਨਿਆਂ ਦੇ ਵਿੱਚ, ਕਿਉਂਕਿ ਅੱਜ ਆਵਾਜ਼ ਉਠਾ ਲਓਗੇ ਤਾਂ ਬਚ ਜਾਓਗੇ। ਅੱਜ ਮੌਕਾ ਹੈ ਕਿ ਜਿੰਨੇ ਲੋਕ ਵੱਧ ਤੋਂ ਵੱਧ ਦਿੱਲੀ ਪਹੁੰਚ ਸਕਦੇ ਨੇ, ਵੱਧ ਤੋਂ ਵੱਧ ਪਹੁੰਚੋ, ਕਿਉਂਕਿ ਇਹ ਇੱਕ ਤੁਹਾਡਾ ਇਮਤਿਹਾਨ ਆ। ਤੁਹਾਨੂੰ ਪਹੁੰਚਣਾ ਚਾਹੀਦਾ। ਜਿਹੜਾ ਇੱਕ ਭਾਰਤ ਦੇ ਵਿੱਚ ਇੱਕ ਇਤਿਹਾਸ ਬਣਨ ਜਾ ਰਿਹਾ, ਉਹ ਇਤਿਹਾਸ ਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਓ। ਜਿੰਨੇ ਵੀ ਗਰੀਬ ਆਪਣੇ ਨਹੀਂ ਦਿੱਲੀ ਜਾ ਸਕਦੇ, ਉਹਨਾਂ ਲਈ ਕਿਸਾਨਾਂ ਨੇ ਹੁਣ ਬੱਸਾਂ ਵੀ ਲਾਈਆਂ ਨੇ, ਤੁਸੀਂ ਉਹਦੇ ਰਾਹੀਂ ਵੀ ਜਾ ਸਕਦੇ ਹੋ। ਜੋ ਕਿਸਾਨ ਜਥੇਬੰਦੀਆਂ ਪਿੰਡਾਂ ਦੇ ਵਿੱਚ ਹੈਗੀਆਂ ਨੇ, ਉਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਕਿ ਅਸੀਂ ਧਰਨਿਆਂ 'ਚ ਪਹੁੰਚਣਾ ਚਾਹੁੰਦੇ ਹਾਂ। ਉਹ ਤੁਹਾਨੂੰ ਪਿੰਡਾਂ ਦੇ ਵਿੱਚੋਂ ਲੈ ਕੇ ਵੀ ਜਾਣਗੇ, ਬਾਅਦ ਦੇ ਵਿੱਚ ਪਿੰਡ 'ਚ ਛੱਡ ਕੇ ਵੀ ਜਾਣਗੇ। ਇਹ ਉਹਨਾਂ ਦੀ ਜ਼ਿੰਮੇਵਾਰੀ ਆ। ਪਰ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਧਰਨਿਆਂ 'ਚ ਜ਼ਰੂਰ ਪਹੁੰਚੋ, ਕਿ ਆਪਣੇ ਭਾਰਤ ਨੂੰ ਬਚਾਓ, ਆਪਣੇ ਦੇਸ਼ ਨੂੰ ਬਚਾਓ। ਇਹ ਤੁਹਾਡੇ ਅੱਗੇ ਬੇਨਤੀ ਆ ਕਿ ਉਹ ਉਨੀ ਜਲਦੀ ਮੋਰਚਾ ਫਤਿਹ ਹੋਏਗਾ ਜਿੰਨੀ ਜਲਦੀ ਇਕੱਠ ਵੱਧ ਤੋਂ ਵੱਧ ਹੋਏਗਾ। ਜੋ ਅੱਜ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਧਰਨਿਆਂ ਨੂੰ ਲੈ ਕੇ, ਜੋ ਹੋਰ ਖਬਰਾਂ ਵੀ ਨੇ, ਜੋ ਵੀ ਅੱਜ ਦੀਆਂ ਸਟੋਰੀਆਂ ਖਬਰਾਂ ਸਾਹਮਣੇ ਆਈਆਂ ਨੇ ਭਾਰਤ ਦੇ ਵਿੱਚੋਂ ਤੇ ਬਾਹਰੋਂ, ਉਹ ਹੁਣ ਤੁਹਾਨੂੰ ਦਿਖਾਣੇ ਆ। आओ देखिए। सैनिक हूँ, किसान का बेटा हूँ। सैनिक हूँ, किसान का बेटा हूँ। मैं गाजीपुर बॉर्डर पर डटा हुआ था पिछले 3-4 दिन से। जब मैंने देखा जो हमारी देश की नेशनल मीडिया है, राष्ट्रीय मीडिया जिसको कहते हैं, जब उसके अंदर उछलने लगा कि ये तो खालिस्तानी, आतंकवादी, पाकिस्तानी, चाइनीज, ऐसी ऐसी बातें जब मेरे पिताओं के लिए जब यूज करने लगी, जो बिकाऊ मीडिया थी, तो फिर हमसे रुका नहीं गया। फिर हमसे नहीं रुका गया और हम मैदान में कूद पड़े। अरे हमारे पिताओं को अगर कोई आतंकवादी कहे तो भला एक सैनिक को भला कैसे जो है सहन हो सकता है? साहब, मैं आज मेरे सामने भगत सिंह, सुखदेव, राजगुरु, मंगल पांडे, अस्फाकुल्ला खान को देख रहा हूं। आप नॉर्मल व्यक्ति नहीं है, आप उस मिट्टी के लाल हैं जिस मिट्टी के लालों ने उन फिरंगियों को भगाया था। सलाम है उस मिट्टी को, मेरा नमन है उस मिट्टी को। आप उसी मिट्टी के लाल हैं। चेहरे बदलते हैं, आत्मा नहीं मरती है, आत्मा तो अजर अमर है। ये शरीर नष्ट होता है, आपके अंदर वही जोश है, वही जज्बात है। आज इस आंदोलन को लेकर के मेरे पंजाब के वीर वहां से कूच किए थे। आज पूरे हिंदुस्तान के इन हुक्मरानों ने, इनकी नींद हिली हुई है, इनकी नींद उड़ी हुई है। मैं सलाम करता हूं आप लोगों को। पूरा हिंदुस्तान खड़ा कर दिया। मैं हरियाणा से आता हूं, मैं हरियाणा से आता हूं। मेरा डिस्ट्रिक्ट भिवानी है, नाम सूबेदार वीर सिंह चौहान है, और मेरा कॉन्टैक्ट नंबर भी दूंगा मैं। मेरा कॉन्टैक्ट नंबर नोट करें भाई, बहुत सारे हैं, नोट करते रहें। 8368002355। साथियों, पूरे देश का सैनिक आपके साथ है। और हम किस लिए आए हैं हम बताना चाहते हैं। हम आए हैं जो सरकार की जो गंदी नीति है उससे लड़ने के लिए हम आए हैं। क्यों आए हैं? यहाँ पर आप लोगों के आंदोलन को जो बहुत ही शांति प्रिय चल रहा है, बहुत ही शालीनता से चल रहा है, उसको कुचलने की जो है साजिश रच रहे हैं। हमारे आरएफ के भाई हैं, हमारे पुलिस के भाई हैं, हमारे बीएसएफ के भाई हैं। मैं आपके इस मंच के माध्यम से मेरी आवाज जा रही होगी। मैं सूबेदार वीर सिंह चौहान, भारतीय सेना का, मैं आप सभी से, मेरे आरएफ भाई के भाई, मेरे पुलिस के भाई और मेरे जितने पैरामिलिट्री फोर्सेस के भाई हैं, मैं आप लोगों से हाथ जोड़ के प्रार्थना करता हूं। आप लोग
आप लोगों की रगों में इन्हीं किसानों का खून है मेरे प्यारे भाइयों, और आप लोगों के दम पर ही अपने पिताओं का दमनकारी नीति से कुचलने की अगर ये कोशिश करें तो सौगंध है आपको अपने मां के खून की, सौगंध उस मां के दूध की, और सौगंध इस मां भारती की। आपका डंडा, आपकी गोली अगर चले तो उन गद्दार नेताओं की तरफ चलना चाहिए जिन्होंने देश को जो है बर्बाद करके खड़ा कर दिया। अनर्थ हो जाएगा। ये आंदोलन मेरी उम्र का पहला आंदोलन है, ऐसा आंदोलन मैंने आज तक नहीं देखा। अगर ये आंदोलन फैल हो गया तो प्यारे देशवासियों, देश का एक एक बच्चा गुलाम हो जाएगा। ये किसानों के हित क्या जो बता रहे हैं कि किसान के हित में ये पारित किए हैं 3 कानून, ये काले कानून है। ये आप लोगों को अब बंद व मजदूर बनाने के लिए हमारे मोदी साहब ने और अमित शाह जी ने, जो कि अपने व्यापारी मित्र हैं अडानी और अंबानी, क्योंकि चुनाव के अंदर तो पैसा वो ही लगाते हैं, भरपूर पैसा लगाते हैं। उन्हीं का जो दिया हुआ आश्वासन था कि चुनाव जीतने के बाद मैं तुम्हारा कर्ज चुकता कर दूंगा जो मुझ पर तुमने पैसा चुनाव में लगाया है, उसी कर्ज को चुकता करने के लिए मोदी साहब ने आप लोगों को गिरवी रखने की साजिश रची है। मैं कहता हूं मोदी साहब, आपकी जो साजिश है, ये मेरे वीर खड़े हैं कि आज इस मोर्चे पर, और इधर उधर इन्हीं के बेटे सरहद पर खड़े हैं। ये 2 ही हैं जवान और किसान जो इस देश का अन्न पैदा करके पूरे देश का पेट भरते हैं, और इन्हीं का बेटा देश की सरहदों की रक्षा करता है। साहब, आप क्या समझते हैं? इनको कमजोर समझते हैं क्या? ये कमजोर लोग नहीं है। बताइए, क्या कमजोर है क्या? जब तक इस जंग को हम जीत नहीं लेंगे मोदी साहब, यहां पर चाहे 4 साल लग जाए, चाहे 10 साल लग जाए, हम इस मोर्चे पर डटे रहेंगे। मुझे पूरा यकीन है आपका जोश और आपका जज्बा, हम फौजी भाई हैं, आपके बेटे हैं, आपके भाई हैं, हम कम नहीं होने देंगे। और इस युद्ध को इस गूंगी बहरी सरकार और डकैत सरकार से हम जीत के जाएंगे। गलत तो नहीं कहा भाइयों? मैं एक चीज और कहूंगा, मैं एक बात और आपको बताना चाहूंगा। इस आंदोलन के साथ साथ हमारे कुछ प्रवक्ताओं ने पहले भी बोला है, ये जो सरकार है ये आपके वोट से तो बनी ही नहीं है, ये तो आपके वोट से नहीं बनी है, ये सरकार बनी है ईवीएम मशीन से। ईवीएम मशीन से इसके साथ साथ, इस आंदोलन के साथ साथ मशीन का भी, ईवीएम मशीन का भी बहिष्कार आप लोग करिए और बता दीजिए उस इलेक्शन कमीशन को, आगे से आने वाले चुनाव में हम मशीन का इस्तेमाल नहीं होने देंगे। क्या बात से सहमत है? मेरी बात से सहमत हो तो हाथ खड़े करिए सब। सहमत है? मोदी साहब, ये फौजी ललकार रहा है आपको। आप लोगों ने जब से बीजेपी सरकार सत्ता में आई है, मेरे देश के अंदर अफरा तफरी का माहौल है। आज आप लोगों ने देश का भाईचारा खा लिया। मुझे अच्छे से याद है, मैं किसान परिवार से हूं। आज से 34 साल पहले जब हम क्लास 7th 8th में पढ़ रहे थे, तो एक किसान गन्ना बोता था तो पड़ोसी किसान आके उसकी सहायता करते थे कि नहीं करते थे? और उस किसान के घर से इकट्ठा खाना आता था, इकट्ठे बैठ के खाना खाते थे, और कितना भाईचारा था। आज हमारी आत्माएं रो रही हैं। हमने पूरी जिंदगी बॉर्डर पर दिया, और जब वहां बॉर्डर से जब घरों में वापस लौटते हैं तो हम पाते हैं जो भाईचारा छोड़ के गए थे, भाईचारा नहीं है भाई साहब। अरे आत्मा रो रही है हमारी। इन गद्दार नेताओं ने देश का भाईचारा खा लिया। हिंदू से मुसलमान को और एक जाति से दूसरी जाति को भाई से लड़ा दिया इन गद्दारों ने। आज देश को दोबारा से कुछ करने की जरूरत है मेरे प्यारे देशवासियों। विनती है आप लोगों से, हिम्मत रखिए। ये फौजी भाई, मैं आश्वासन देता हूं, जो सरहद पर मेरे फौजी भाई खड़े हैं, मैं उनसे भी विनती करता हूं, आप अपनी ड्यूटी करिए, डट करके देश की रक्षा करिए, क्योंकि आपके कंधों पर इस देश की रक्षा का भार है। लेकिन इतनी भी विनती करता हूं कि आप लोग भी नजर गाड़ के देखिए, कभी जो है अनर्थ ना हो जाए मेरे भाइयों पर, मेरे पिताओं पर। कोई जो है कोई इस प्रकार का कानून ना लगा दे, डंडे लाठी गोलियां ना चला दे। इसलिए आप लोगों को भी सोचना पड़ेगा मेरे प्यारे सैनिक भाइयों जो सीमा पे खड़े हैं। मोदी जी कहते थे मैं देश नहीं झुकने दूंगा। आज क्या हालत है देश की? अरे आज
हम सैनिक कहते हैं। जिस प्रकार से तुम लोगों ने देश को तोड़ा है जाति धर्म में मजहब में, आज हम सैनिक कहते हैं हम देश नहीं टूटने देंगे, हम देश नहीं टूटने देंगे। ये सैनिकों का संकल्प है साहब, इस देश को टूटने नहीं देना। ये बड़े हमारे उन क्रांतिकारियों की देन है, उन शहीदों ने, याद करिए वो 22-22, 23-23 साल के हमारे नौजवान जिन्होंने हंसते हंसते उस फांसी के फंदे को चूम लिया। सलाम है उन माओ को, सलाम है उस मिट्टी को जिसकी माँ की कोख से जो ऐसे जवानों ने जो है जन्म लिया। मैं सलाम करता हूँ उस पंजाब की मिट्टी को, सलाम है मेरा, बार बार सलाम है। प्यारे देशवासियों, मैं फौजी हूँ, मन में बड़ी संवेदना है, दुख है, इसलिए आज आपके बीच में आया हूँ। यदि कोई मेरे मुख से कोई ऐसा शब्द निकल गया हो जो किसी के शान के खिलाफ हो, मैं हाथ जोड़ के माफी मांगता हूं, मुझे माफ कर देना, मुझे माफ कर देना। मेरी कोई मंशा नहीं है मैं किसी की शान के खिलाफ बात करूं, किसी के स्वाभिमान के खिलाफ बात करूं। मैं अंत में यही कहूंगा, जब हम सीमा पे खड़े होते हैं, जब हम सीमा पे खड़े होते हैं तो हम एक शपथ लेते हैं। शपथ, वो शपथ क्या होती है? वो शपथ होती है फिक्र नहीं मर जाने की मिट जाने की, फिक्र नहीं मर जाने की मिट जाने की, अन्याय नहीं होने देंगे, और जब तक सांस सीने में आए मेरे प्यारे वतन तेरा शीश कभी ना झुकने देंगे। ये सैनिक शपथ लेता जाते हो। आज बस मैं इतना ही कहूंगा, हम शालीनता से डटे रहें, हमें किसी का भी नुकसान नहीं करना है, क्योंकि देशवासी हमारे भाई हैं, ये देश हमारा है, हमें नुकसान नहीं पहुंचाना है। ये बहाने ढूंढ रहे हैं, तरह तरह के बहाने ढूंढ रहे हैं। इस आंदोलन को जितना शालीनता से, इतना सभ्यता से, इतना डिसिप्लिन के साथ में आप इस आंदोलन को चला रहे हैं, वाकई पूरे संसार के अंदर आपके डंके बज रहे हैं साहब, छोटी बात नहीं है। डंके बजा दिया आप लोगों ने, सलाम करता हूं आप लोगों को, मेरा सीना चौड़ा हो गया आपके बीच में आ जा करके, रियली। साथियों, बस इतना ही कहूंगा, जो हमारे शहीद भाई थे वो एक बात कह के गए थे और आज आप उसको साकार कर रहे हैं। वो कह के गए थे, हम लाए हैं तूफानों से किश्ती निकाल के, क्योंकि तूफान हो और समुद्र में किश्ती हो, उस वक्त एक नाविक को किश्ती पार करना बहुत मुश्किल होता है, क्योंकि उन दिनों में ना तो संचार के साधन थे, ना कनेक्टिविटी के साधन थे, और उन वीरों ने पैदल चल चल के हजारों किलोमीटर की यात्राएं करी, उन क्रांतिकारियों ने मीटिंग करी, और उस टाइम मुखबिर होते थे अंग्रेजों के, और फिर भी जो है उन्होंने हिम्मत दिखाई और उस आंदोलन को सक्सेस किया। आज तो हमारे पास सारी सुविधाएं हैं, ऐसी सुविधाएं होते हुए यदि हमने ये जंग नहीं जीता तो फिर तो हमारे लिए उन शहीदों की बात को फिर वो सोचेंगे कि यार हमने किन लोगों को छोड़ के गए थे, किन के भरोसे हम छोड़ के गए थे। आज आप लोगों को उन्हीं बातों पर अमल करना चाहिए। वो क्या क्या गए थे, हम लाए हैं तूफानों से किश्ती निकाल के, इस देश को रखना मेरे बच्चों संभाल के, इस देश को रखना मेरे बच्चों संभाल के। सभी को जय हिंद, जय भारत। हम आपके बीच में आते रहेंगे, हमारी टीम अगली बार आएगी तो यहाँ पर कम से कम पूरा मंच भर जाएगा, आपका सीना चौड़ा हो जाएगा कि हमारे फौजी भाई हमारे साथ आ चुके हैं। आ जाओ सब ऊपर आ जाओ, ये हमारे फौजी भाई, आ जाओ आ जाओ थोड़ा, ये हमारे फौजी भाई हैं, हमारे सारे उनके ऊपर हमारे फौजी डटे हैं। और आप चिंता मत करिए साहब, ये जो पुलिस वाले भाई है ना, इनका डंडा आपकी तरफ नहीं चलने देंगे। हम किस दवाई की मर्ज हैं, इन बिल्कुल सोनी हाल साहब, इनका डंडा नेताओं की तरफ नहीं चलवा दिया तो सूबेदार चौहान ना मेरा नहीं साहब, ये भी अपनी माँ के पूत हैं साहब, आपके बेटे हैं। इनका डंडा मोदी साहब की तरफ चलेगा, ये मेरा वादा है, वादा। मेरे प्यारे प्यारे पुलिस वाले भाइयों, जहां भी मेरी आवाज हो, मैं आज आपका फौजी भाई सूबेदार वीर सिंह चौहान सिर्फ आपसे विनती करने आया हूं, मैं कोई भाषण देने नहीं आता। मेरा एक ही मकसद है कि मेरे प्यारे प्यारे जो मेरे भोले भाले किसान भाई हैं, मेरे पिता तुल्य, इनके ऊपर मेरे पुलिस वाले भाइयों का डंडा नहीं चलने देंगे। आपसे विनती करेंगे, आपसे हाथ जोड़ के प्रार्थना करेंगे, अनर्थ हो जाएगा अगर आपका डंडा इनकी तरफ चला तो। इन गद्दार नेताओं को भगाना है, ये है असली देश के गद्दार, ये देश को लूट के खा रहे हैं। सभी को जय हिंद, जय भारत, नमस्कार। मंच पर जितने भी योद्धा हैं उनको मेरा हृदय से नमन। जो मंच के सामने माता बहन एवं युवा साथी हैं उनको बहुत बहुत धन्यवाद, अभिनंदन, वंदन करता हूं। मैंने सूबेदार वीर सिंह चौहान साहब से कहा था कि चौहान साहब आप ही संबोधित कीजिए, इनकी पीड़ा को समझिए।
लेकिन जो परिदृश्य देखा, यहाँ का दृश्य देखा, इन माताओं से मैंने मिला तो मैं भी भाव विह्वल हो गया। और भाव विह्वल होने के नाते, एक सैनिक होने के नाते, एक हिंदुस्तानी होने के नाते, एक किसान का बेटा होने के नाते ये मेरा नैतिक दायित्व बनता है कि आप लोगों को, आपकी हृदय तक मैं अपना जगह बनाऊं। और यहाँ इस मंच के माध्यम से आदरणीय प्रधानमंत्री जी से आग्रह करूं कि मोदी जी, आप भी किसी माँ के बेटे हैं, आप भी किसी माँ के बेटे हैं, अपनी माँ पर बहुत दया करते हैं। आप जब प्रधानमंत्री बने उसकी चर्चा 50 बार अपनी माँ की मेहनत के बारे में करते हैं कि मेरी माँ बर्तन धो करके मुझे प्रधानमंत्री बनाई, मेरी माँ ऐसे कर करके प्रधानमंत्री बनाई, मेरे पिता चाय बना करके मुझे प्रधानमंत्री बनाए। तो ये भी किसी के पिता हैं। और ऐसे ऐसे संतान की माँ इस ठंड में आज महीनों से यहाँ बैठी हुई हैं, आसमान के नीचे, रात में इनका रात कैसे कटता है इतनी ठंड में, वो आप कल्पना कीजिए, अपनी माँ से तुलना कीजिए इस माँ को। ये भी किसी के पिता है, किसी जवान के। लाखों सैनिक हमारा चाइना और पाकिस्तान के बॉर्डर पर देश की सुरक्षा में लगा हुआ है, और ये जवान और ये किसान आपकी देश की हिफाजत कर रहे हैं। कोई देश का प्रहरी का काम कर रहा है, कोई अन्नदाता का काम कर रहा है। और यदि अन्नदाता यहां परेशान है तो मैं समझता हूं इन्होंने जिस संतान को पैदा करके पाकिस्तान और चाइना के बॉर्डर पर प्रहरी का काम किए होंगे, उनका दिल नहीं लग रहा होगा। वो सोच रहे होंगे कि मेरा पिता, मेरी माँ अभी सिंघू बॉर्डर पर बैठा हुआ है, उसका रात कैसे कट रहा होगा। तो मैं कहना चाहता हूं कि इतना विवेकहीन, अरे नेता बनना बहुत बड़ी बात नहीं है, नेता बनना बहुत बड़ी बात नहीं है। नेता तो 2-2 पैसे का आदमी बनता है। हम सैनिक हैं, हमने सारे टेस्ट दे करके हम सेना का वर्दी पहने हैं, और इसी किसान का बेटा है हमको तकलीफ हुआ इसलिए मैंने माइक पकड़ा। माइक पकड़ना मेरा शौक नहीं है। मैं यहाँ इस मंच के माध्यम से केंद्र की सरकार से, हरियाणा की सरकार से, दिल्ली की सरकार से, पंजाब की सरकार से मैं विनम्र निवेदन करता हूं, जो भी इसका आगवानी करेंगे वो धन्यवाद के पात्र होंगे। क्योंकि जो ये अप्रैल महीना होता, ये मार्च महीना होता तो मेरा हृदय इतना नहीं पिघलता। ये दिसंबर का आखिरी महीना चल रहा है, 2-4 दिन के बाद 1 जनवरी आ जाएगी, 2021 आ जाएगी। तो इस तरह से कभी तो बोलते हैं कि कोरोना है, मास्क नहीं लगाता है, 500 रुपया पहले फाइन था, अब दिल्ली सरकार ने बोल दिया 2000 रुपया फाइन करो। इस तरह से आज इतने मास में लोग यहाँ पर खड़े हैं, आपको किसी की चिंता नहीं है, किसी सरकार को, किसी नेता को, किसी सांसद को, किसी एमएलए को कोई चिंता नहीं है कि यहाँ आकर के बात करें अपनी माता से, अपनी बहन से, उनकी पीड़ा को समझें और जल्द से जल्द इस आंदोलन को खत्म कराएं। ये कोई बात हुआ? अरे गार्जियन बनते हैं तो अच्छी तरह से गार्जियन बनिए, नहीं है हिम्मत तो कुर्सी छोड़ दीजिए। ये कोई बात हुई? कोई सुनवाई नहीं हो रही है। बहुत ही अफसोस के साथ ये कहना पड़ रहा है। और सत्ता में बैठे लोग इतने मगरूर हो गए हैं कि किसानों को गालियां दे रहे हैं। कोई दलाल बोल रहा है, कोई खालिस्तानी बोल रहा है। शर्म आनी चाहिए उन्हें। ये जो गालियां हैं ये हमारे किसानों को नहीं, देश की महिलाओं को दे रहे हैं। 62 करोड़ किसान की माओ को दे रहे हैं, 62 करोड़ किसान की बहनों को दे रहे हैं, जो पैदा करती हैं एक किसान जो जाकर खेतों में काम करता है, और वही माए बहनें पैदा करती हैं जवान जो बॉर्डर पर हमारी देश की रक्षा करता है। और जब पाकिस्तान पर सर्जिकल स्ट्राइक होती है तब उसी फौजी भाइयों के कारनामे के आप नाम लेकर वोट मांगते हैं। शर्म आनी चाहिए आपको। इन माँ और देश की बहनों को शर्मसार करते हुए, उनके अपमान करते हुए सत्ता में बैठे सारे लोगों को माफी मांगनी चाहिए। आज एक एक करके देश के सरकारी संस्थान बिकते जा रहे हैं। सभी परेशान हैं, चाहे वो देश की महिलाएं हो, पुरुष हो, युवा हो, किसान हो, जवान हो या फिर मजदूर हो।
का भी सामाजिक सुरक्षा छीन ली गई है। जो भी पहले के कानून थे, जो पहले सरकारों ने कानून बनाया था, वो कानूनों को निरस्त कर दिया गया है और देश के मजदूरों को बंधुआ मजदूर बनाने की कोशिश की जा रही है अब, और अडानी और अंबानी का गुलाम बनाने की कोशिश की जा रही है। शर्म आनी चाहिए। आज हमारे देश की जो हालात है बहुत खराब है। मानव विकास सूचकांक में हमारे देश की स्थिति 131वें स्थान पर भारत है और विश्व भूखमरी सूचकांक में भारत 94 स्थान पर है 107 देशों की सूची में। सोचिए बहनों, माओ, भाइयों, क्या होगा अगर यही स्थिति रही तो हम अपने आने वाले जनरेशन के सामने कैसा भारत देंगे, कैसा भारत देंगे उनके लिए, क्या रोजगार देंगे। जो माएं अपने बच्चों को इतने प्यार से, इतने लाड से पालती हैं, पढ़ाती हैं, दिन रात संघर्ष कर रही हैं, इसलिए संघर्ष कर रही है कि उन्हें पकौड़ा रोजगार दिया जाए। आपको अच्छा लगेगा कि आपके बच्चे पढ़कर पकौड़ा तले? और देश के दलाल जो हैं, जो किसानों को बोल रहे हैं, मैं तो बोलती हूँ कि असली दलाल तो वो सत्ता में बैठे हुए लोग हैं जो किसानों की जमीन को, हमारे हक को छीन कर अडानी और अंबानी को बेच देना चाहते हैं, अडानी और अंबानी को दे देना चाहते हैं। अगर ये तीनों काला कानून इतना अच्छा है ही तो बिहार में तो 2006 से मंडी व्यवस्था हट गई, एपीएमसी नहीं है, तो वहां के किसानों की हालत इतनी खराब क्यों है बताए सरकार। पूरे देश में सबसे खराब हालत बिहार के मजदूरों की है, बिहार के किसानों की है। जब ये इतनी अच्छा ही कानून है तो उनकी हालत इतनी खराब क्यों है? तो क्या देश के भारत सरकार चाहती है कि पंजाब और हरियाणा के भी किसान बिहार के किसानों के बराबर गरीब हो जाए? और मैं देश की महिलाओं से ये हाथ जोड़कर अपील करती हूँ कि आइए और इस आंदोलन का हिस्सा बनिए, क्योंकि किसानों का और महिलाओं का बहुत घनिष्ठ रिश्ता है। क्योंकि किसान अनाज उपजाते हैं और महिलाएं उसी अनाज को खरीद कर किसानों से चूल्हे जलाती हैं, और कोशिश की जा रही है कि हमारे घरों का चूल्हा बुझा दिया जाए। जो अनाज हम किसानों से 12 रुपए 14 रुपए में खरीदते हैं, वही हमें अडानी और अंबानी के स्टोर में 70 रुपए 80 रुपए किलो मिलते हैं। और अब कोशिश की जा रही है कि हमारे किसान भाइयों के हकों को छीनकर अडानी और अंबानी के हाथों में दे दिया जाए, हमारे देश को फिर से गुलाम बना दिया जाए पूंजीपतियों के। तो महिलाओं, मेरी माओ, मेरी बहनों, सभी से अपील है कि आइए और अपने देश के चूल्हे को बुझने से पहले इस आंदोलन का हिस्सा बनिए और आवाज उठाइए हर अन्याय के खिलाफ, अपने बच्चों के भविष्य के लिए, एक अच्छे भारत के लिए, गांधी के प्यार मोहब्बत वाले भारत के लिए, सपनों के भारत के लिए आवाज उठाइए। यहाँ पर आइए, बहुत देर ना हो जाए। देखिए किस तरह लोकतंत्र की आज हत्या हो रही है। शीतकालीन सत्र को रद्द कर दिया जाता है कोरोना का बहाना बनाकर, लेकिन जब यही काला कानून लाना था तो सितंबर माह में राज्यसभा से बिल पास कर दिया जाता है। बहुत अफसोस की बात है, आज एक एक करके लोकतंत्र की हत्या होते जा रही है, चीरहरण होते जा रहा है। अंत में मैं सभी महिलाओं से फिर अपील करती हूँ, इस प्रोटेस्ट का हिस्सा बनिए। देश में जो भी हैं, जहाँ भी हैं, अपने बच्चों के सुनहरे भविष्य के लिए, गुलामी वाले भारत से बचाने के लिए आप आइए और यहाँ पर हिस्सा बनिए। और ये बिल ये काला कानून तीनों हम वापस करवा कर रहेंगे। आप सभी ऐसे ही आइए और यहाँ का हिस्सा बनिए। धन्यवाद बहुत बहुत। किसान एकता, किसान एकता, किसान एकता। ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਆਏ ਦਿਨ ਫਾਇਰਿੰਗ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਫਿਰੋਜ਼ਪੁਰ ਦੇ ਵਿੱਚ 3 ਦਿਨਾਂ ਤੋਂ ਲਗਾਤਾਰ 3 ਵਾਰ ਗੋਲੀਆਂ ਚੱਲੀਆਂ ਹਨ। ਉੱਥੇ ਹੀ ਫਿਰੋਜ਼ਪੁਰ ਦੇ ਵਿੱਚ ਇੱਕ ਔਰਤ ਨੂੰ ਗੋਲੀ ਲੱਗੀ ਹੈ, ਜਿਸ ਨੂੰ ਫਰੀਦਕੋਟ ਮੈਡੀਕਲ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਮੇਰਾ ਨਾਮ ਲਖਵਿੰਦਰ ਸਿੰਘ ਹੈ ਜੀ, ਤੇ ਇਹ ਸਾਡੇ ਮੇਰੀ ਮੰਮੀ ਜਿਨ੍ਹਾਂ ਦੇ ਗੋਲੀ ਵੱਜੀ ਹੈ, ਉਹਨਾਂ ਦੇ ਮਦਰ ਜੀ, ਮੇਰੇ ਮਦਰ ਜੀ, ਅੱਛਾ ਜੀ, ਉਹਨਾਂ ਦੇ ਗੋਲੀ ਵੱਜੀ, ਪੈਰ ਤੇ ਵੱਜੀ ਜੀ। ਕਿਹਨਾਂ ਨੇ ਮਾਰੀ ਹੈ? ਇਹ ਰਾਣਾ ਚੌਧਰੀ ਨੇ, ਰੈਣੋ ਚੌਧਰੀ ਬਈ ਦਾ ਨਾਮ ਹੈ।
ਤੇ ਨਾਲ ਹੈਗਾ ਮੁੰਡਾ ਪਾਰਸ, ਉਹ ਵੀ ਨਾਲ ਹੀ। ਤੇ ਮੁੰਡੇ ਮੰਡੇ ਲਿਆ ਕੇ ਨਾ ਸਾਨੂੰ ਧਮਕੀਆਂ ਦਿੰਦੇ। ਅੱਜ ਸਾਡੇ ਨੇ ਗਲੇ ਪਵਾਏ, ਪਿਸਤੌਲਾਂ ਲਿਆ ਕੇ, ਕਾਪੇ ਲਿਆ ਕੇ ਇਹਨਾਂ ਨੇ ਅੱਜ ਸਾਡੇ 'ਤੇ ਹਮਲਾ ਕੀਤਾ ਤੇ ਫਾਇਰਿੰਗ ਕੀਤੀ ਇਹਨਾਂ ਨੇ ਤੇ ਸਾਨੂੰ ਡਰਾਉਂਦੇ ਸੀ ਅੱਜ। ਤੇ ਮੰਮੀ ਦੇ ਜ਼ਖਮੀ ਹਾਲਤ 'ਚ ਪਈ ਜੀ। ਇਹ ਅਸੀਂ ਇਹਨੂੰ ਰੋਕਦੇ ਰਹੇ, ਸਾਡੀ ਗਲੀ ਦੇ ਵਿੱਚ ਆ ਕੇ ਚਿੱਟਾ ਵੇਚਦਾ ਸੀ। ਅਸੀਂ ਇਹਨੂੰ ਬੜੀ ਵਾਰੀ ਸਮਝਾਇਆ, ਬਾਕੀ ਸਮਝਿਆ ਨਹੀਂ। ਇਹ ਸਾਨੂੰ ਘਰੇ ਆ ਕੇ ਧਮਕੀਆਂ ਦੇਣ ਲੱਗ ਪਿਆ ਸੀ। ਹਾਂਜੀ ਅਸੀਂ ਸਾਰੇ ਕੰਮ ਕੀਤੇ। ਇੱਥੇ 10 ਬੰਦੇ ਬਿਠਾ ਦਈਏ ਨਾ, ਆ ਕੰਡੇ ਤੇ 10 ਬੰਦੇ ਮਾਰ ਦਈਏ, ਇੱਥੇ ਕੁੱਤੇ ਇਹਨਾਂ ਮੁੱਲ ਨਹੀਂ ਪੈਣਾ। ਜੇ ਪੈ ਗਿਆ ਤਾਂ ਚਿੱਟੀ ਕਾਹਦੇ ਇੱਥੇ ਹੋ ਗਈ ਆ, ਸਰਕਾਰੀ ਖਾਟ ਚੱਲ ਕੇ ਆਏ, ਸਾਡੀ ਪੈਲੀ ਆ। ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਦੇ ਅਧੀਨ ਆਉਂਦੇ ਪਿੰਡ ਜਲੋਕੇ ਤੋਂ ਤਾਜ਼ਾ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਲਾਕਾ ਨਿਵਾਸੀਆਂ ਨੇ ਸਬੂਤਾਂ ਦੇ ਸਮੇਤ ਖੁਲਾਸਾ ਕਰਦੇ ਕਿਹਾ ਕਿ ਪਿੰਡ ਜਲੋਕੇ ਦੇ ਵਿੱਚ ਧੱਕੇ ਨਾਲ ਨਜਾਇਜ਼ ਮਾਈਨਿੰਗ ਹੋ ਰਹੀ ਹੈ, ਜੋ ਕਿ ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਸ਼ਹਿ ਦੇ ਉੱਪਰ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਮਨਦੀਪ ਸਿੰਘ ਨਾਮ ਮੇਰਾ ਤੇ ਕਿਹੜਾ ਪਿੰਡ ਹੈ? ਮਾਣੇ ਕਜੰਡ। ਤੇ ਕੀ ਗੱਲਬਾਤ ਪੂਰੀ ਹੋਈ? ਗੱਲਬਾਤ ਕੋਈ ਨਹੀਂ, ਟਰਾਲੇ ਅਸੀਂ ਰੇਤਾਂ ਦਾ ਕੰਮ ਕਰਦੇ ਆ ਤੇ ਸਾਡੇ ਇੱਥੇ ਜਲੋਗੇ ਖੱਡ ਚੱਲ ਰਹੀ ਆ ਹੁਣ। ਤੇ ਅਸੀਂ ਕੱਲ ਗਏ ਸੀ ਵੀ ਸਾਡੇ ਵੀ ਟਰਾਲੇ ਭਰਿਆ ਕਰੋ, ਪਰ ਉੱਥੋਂ ਦਾ ਜਿਹੜਾ ਸਰਪੰਚ ਅੰਗਰੇਜ਼ ਸਿੰਘ ਉਹ ਆਂਦਾ ਵੀ ਮੈਂ ਮੋਟਰ ਰੇਤਾ ਨਹੀਂ ਦੇ ਸਕਦਾ ਤੁਹਾਨੂੰ, ਮੈਂ ਬਿਲਕੁਲ ਤੁਹਾਡੇ ਟਰਾਲੇ ਨਹੀਂ ਭਰਨੇ। ਤੇ ਅਸੀਂ ਉਹਨਾਂ ਨੂੰ ਆਖਿਆ ਵੀ ਨਹੀਂ ਇਸ ਤਰ੍ਹਾਂ ਨਾ ਕਰੋ। ਉਹਦੇ ਜਿਹੜੇ ਪਰਚੀ ਉੱਥੇ ਕੱਟਦੇ ਸਰਬਜੀਤ ਸਿੰਘ, ਉਹ ਆਂਦੇ ਵੀ ਚਾਹੇ ਸਾਨੂੰ ਹਲਕਾ ਵਿਧਾਇਕ ਦਾ ਫੋਨ ਕਰਾ ਦਿਓ ਹਰਮਿੰਦਰ ਗਿੱਲ ਦਾ, ਤੇ ਚਾਹੇ ਸਾਨੂੰ ਸੁਖਪਾਲ ਸਿੰਘ ਭੁੱਲਰ ਦਾ ਫੋਨ ਕਰਾ ਦਿਓ, ਫਿਰ ਅਸੀਂ ਭਰ ਸਕਦੇ ਹਾਂ ਇਹਨੂੰ। ਹੁਣ ਪਹਿਲਾਂ ਖੱਡਾ 2 ਨੰਬਰ 'ਚ ਚੱਲਦਾ ਰਿਹਾ ਵਾ, ਪਰ ਹੁਣ ਇਹਨਾਂ ਦਿਨੇ ਅੱਗੇ ਰਾਤ ਨੂੰ ਸੰਦ ਭਰਦੇ ਹੁੰਦੇ ਸੀ ਜਦੋਂ ਪਹਿਲਾਂ ਚੱਲਦਾ ਸੀ। ਹੁਣ ਇਹ 20 ਦਿਨ ਹੋ ਗਏ, ਹੁਣ ਦਿਨੇ ਭਰਨ ਲੱਗ ਪਏ ਆ। ਹੁਣ ਆਂਦੇ ਆ ਵੀ ਇਹ ਖੱਡਾ 1 ਨੰਬਰ ਦਾ ਵਾ। ਬਾਕੀ ਅਸੀਂ ਪਤਾ ਕੀਤਾ ਵਾ, ਯਾਨੀ ਕਿ ਕੱਢ ਕੇ ਮੈਨਗ ਵਾਲਿਆਂ ਤੋਂ ਵੀ, ਤੇ ਯਾਨੀ ਖਾਡੇ 2 ਨੰਬਰ ਦੇ ਵਿੱਚ ਹੈਗੀ ਆ। ਸਿਰਫ ਇਹ ਸ਼ਹਿਰ ਨਾਲ ਚੱਲਣ ਡਈ ਆ, ਮੰਤਰੀਆਂ ਦੀ ਸ਼ਹਿਰ ਨਾਲ ਚੱਲਣ ਦੀ ਖੱਡ। ਮੇਰਾ ਨਾਂ ਰਿੰਕੂ। ਰਿੰਕੂ ਮੇਰਾ ਮੇਰੇ ਭਰਾ ਛੋਟੇ। ਕਿਵੇਂ ਹੋਈ ਹੈ? ਬਸ ਇਹ ਮੰਡੀ ਗਿਆ ਸੀ, ਕੰਮ ਤੇ ਲੱਗਾ ਹੋਇਆ ਸੀ। ਉੱਥੋਂ ਉਹਨਾਂ ਨੇ ਫੋਨ ਕਰਕੇ ਬੁਲਾਇਆ, ਜਿਹੜੀ ਮਾਤਾ ਗੀਤਾ ਦੇਵਾ। ਉਹ ਕੀ ਕਰਦੀ ਹੈ ਮਾਤਾ? ਉਹ ਦੇਵਾ ਹੈ। ਪੁੱਛਾ ਕਰਦੇ? ਹਾਂਜੀ ਹਾਂਜੀ। ਉਹਨੇ ਫੋਨ ਕਰਕੇ ਬੁਲਾ ਕੇ ਕਹਿੰਦੀ ਘਰੇ ਆ, ਕੋਈ ਆਇਆ ਹੈ। ਤੇ ਇਹ ਚਲਾ ਗਿਆ ਔਰ ਇਹਨਾਂ ਨੇ ਬਸ ਪਿੱਛੋਂ ਨੂੰ ਮਾਰਿਆ। ਕੀ ਮਾਰਿਆ? ਇਹਦਾ ਉਹ ਜਨਾਨੀ ਜਿਹੜੀ ਸੀ ਜੀ, ਉਹ ਦੇਵਾ ਦਾ ਕੰਮ ਕਰਦੀ ਸੀ, ਕਮੇਟੀਆਂ ਵੀ ਪਾਉਂਦੀ ਸੀ, ਲੋਕਾਂ ਦਾ ਹੈਗਾ ਸੀ ਉਹਦੇ ਘਰੇ ਆਉਣ ਜਾਣ। ਜਿਹੜਾ ਭਰਮਾਵਨਾ ਲੋਕਾਂ ਨੂੰ ਗੁੰਮਰਾਹ ਕਰਨਾ ਦੇਵਾ ਦੇ ਮੁਤਾਬਕ, ਇਹ ਵੀ ਇਹਨਾਂ ਦੇ ਹੈਗਾ ਸੀ ਦਾ। ਪਰ ਜਿਹੜੇ ਮੁੰਡੇ ਨੂੰ ਮਾਰਿਆ ਗਿਆ, ਇਹ ਮੇਰੇ ਇਲਾਕੇ ਦੇ ਵਿੱਚ ਇੱਕ ਭਗਤ ਕਹਿ ਸਕਦੇ, ਭਗਤ ਬੰਦੇ ਨੇ, ਵਧੇ ਬੀਬੇ ਬੰਦੇ, ਸ਼ਰੀਫ ਬੰਦੇ ਸੀਗੇ। ਕਿਉਂ ਮਾਰਿਆ ਗਿਆ? ਰਾਤੀ ਮੈਨੂੰ ਪਤਾ ਲੱਗਾ, ਮੈਂ ਕਿਤੇ ਬਾਹਰ ਸੀ ਤੇ ਮੈਂ ਆਇਆ ਤੇ ਪਤਾ ਲੱਗਾ ਮਹੱਲੇ ਦੇ ਵੀ ਉਹਨੇ ਪਹਿਲਾਂ ਫੋਨ ਕੀਤਾ, ਫੋਨ ਕਰਕੇ ਇਹਨੂੰ ਬੁਲਾਇਆ, ਔਰ ਜਿਨ੍ਹਾਂ ਦੇ ਸਾਹਮਣੇ ਬੁਲਾਇਆ ਉਹ ਵੀ ਮਹੱਲਾ ਕਹਿੰਦੇ ਵੀ ਅਸੀਂ ਸਾਰੇ ਗਵਾਹ ਵੀ ਸਾਡੇ ਸਾਹਮਣੇ ਨੂੰ ਬੁਲਾਇਆ। ਜਦੋਂ ਇਹ ਘਰੇ ਗਿਆ, ਘਰੇ ਜਾਣ ਦੇ ਬਾਅਦ 3-4 ਬੰਦੇ ਤੋਂ ਪਹਿਲਾਂ ਹੀ ਅੰਦਰ ਹੈਗੇ ਸੀ ਤੇ ਜਿਹਦੇ ਵਿੱਚ ਕਿਸੇ ਨੇ ਕਹਿੰਦੇ ਅਕਲਦਾਨ ਮਾਰਿਆ, ਕੀ ਸੱਟਾਂ ਵੱਜੀਆਂ ਸਿਰ ਦੇ ਵਿੱਚ। ਫਿਰ ਕਹਿੰਦੇ ਵੀ ਦਵਾਈ ਵੀ ਖਵਾਈ ਗਈ, ਇਹਨੂੰ ਦਵਾਈ ਵੀ ਖਵਾਈ ਗਈ। ਉਹ ਜਿਵੇਂ ਆਇਆ ਘਰੇ, ਉਹਨੇ ਸਾਰੀ ਗੱਲ ਆਪਦੇ ਮਾਂ ਨੂੰ, ਪਰਿਵਾਰ ਨੂੰ, ਮਹੱਲੇ ਨੂੰ ਦੱਸੀ ਵੀ ਮੇਰੇ ਨਾਲ ਮੈਨੂੰ ਘਰੇ ਬੁਲਾ ਕੇ ਤੇ ਮੇਰੇ ਤੋਂ ਬਿਨਾਂ ਮਤਲਬ ਤੋਂ ਮੇਰੇ ਗੱਲ ਪੈਣੇ, ਜੋ ਕਿ ਮੈਨੂੰ ਪਤਾ ਹੀ ਨਹੀਂ ਮੇਰੇ ਗੱਲ ਕਿਉਂ ਪਈ ਜਾਂਦੇ ਨੇ। ਜਿਵੇਂ ਉਹਨਾਂ ਨੇ ਸੱਟਾਂ ਮਾਰੀਆਂ, ਫਿਰ ਉਹਦੇ ਮੂੰਹ 'ਚ ਕੁਝ ਪਾਇਆ ਉਹਨਾਂ ਨੇ। ਉਹ ਜਿਹੜਾ ਕਿ ਉਹਦੇ ਘਰੇ ਵਾਪਸ ਆਇਆ, ਉਦੋਂ ਆ ਕੇ ਇਹਨੇ ਉਲਟੀਆਂ ਕੀਤੀਆਂ ਨੇ ਤੇ ਪਤਾ ਲੱਗਾ ਉਹ ਇੰਨੀਆਂ ਗੱਲਾਂ ਦੇ ਵਿੱਚ ਕਹਿੰਦੇ ਦਮ ਤੋੜ ਗਿਆ ਵਿਚਾਰਾ। ਜਿਹੜਾ ਕਿ ਗਰੀਬ ਪਰਿਵਾਰ ਦਾ, ਪੂਰਾ ਗਰੀਬ ਪਰਿਵਾਰ, ਗਜਾ ਕਰਕੇ ਖਾਣ ਵਾਲੇ ਬੰਦੇ ਨੇ, ਮਿਹਨਤ। ਕਿਉਂਕਿ ਇਹਨਾਂ ਨੂੰ ਮਾਪਿਆਂ ਨੂੰ ਇਹ ਤਕਲੀਫ ਹੋਈ, ਇਹਨਾਂ ਨੇ ਆਦੇ ਤੁਰੰਤ ਨੂੰ ਚੱਕ ਕੇ ਲਗਾਇਆ ਤੇ ਹਸਪੀਟਲ ਜਾ ਕੇ ਜਿਹੜਾ ਕਿ ਦਾਖਲ ਕਰਵਾਇਆ ਬੱਚੇ ਨੂੰ। ਉੱਥੇ ਸੁਣ ਚਾਹੀ ਵੀ ਉਹਦਾ ਦਮ ਟੁੱਟ ਗਿਆ, ਮਰ ਗਿਆ ਵਿਚਾਰਾ। ਮੈਂ ਇਹ ਕਹਿਣਾ ਚਾਹਣਾ ਵੀ ਮੈਂ ਇਲਾਕੇ ਵੱਲੋਂ MC ਨਾਤੇ ਤੇ ਇਸ ਗੱਲ ਦੀ ਸੱਚਾਈ ਹੋਣੀ ਚਾਹੀਦੀ ਵੀ ਕਿਸੇ ਤੇ ਐਡਾ ਵੱਡਾ ਵੀ ਜੇ ਹੋਵੇ ਤੇ ਸਹੀ ਹੋਵੇ, ਜੇ ਕਿ ਪਤਾ ਲੱਗੇ ਵੀ ਮੇਰੇ ਤੇ ਜੋ ਕੀਤਾ ਸੋ ਹੀ ਭੋਗਿਆ। ਮੰਗ ਆਈ ਕਰਨੇ ਸਜ਼ਾ ਹੋਣੀ ਚਾਹੀਦੀ। ਇਹਨਾਂ ਨੇ ਦੇਸ਼ ਵਿਰੋਧੀ ਜਿਨ੍ਹਾਂ ਨੇ ਮਾਰਿਆ, ਇਹਨਾਂ ਨੇ ਮੇਰੇ ਭਰਾ ਨੂੰ। ਮੰਗ ਇਹ ਕਰਨਾ ਬਸ ਸਜ਼ਾ ਹੋਣੀ ਚਾਹੀਦੀ। ਇਹਨਾਂ ਨੂੰ ਦੋਵਾਂ ਮਾਂ ਪੁੱਤਰਾਂ ਨੂੰ, ਮੇਰੇ ਭਰਾ ਦਾ ਮੁੱਲ ਪੈਣਾ ਚਾਹੀਦਾ ਜੀ। ਬਸ ਪਤਾ ਹੀ ਨਹੀਂ ਗਾ ਸਾਨੂੰ ਤਾਂ। ਉਹਨੇ ਫੋਨ ਕਰਕੇ ਉਹਨੂੰ ਸੱਦਿਆ, ਕਹਿੰਦੀ ਘਰੇ ਪਰੌਣੇ ਆਏ ਨੇ ਜਲੰਧਰੋਂ, ਤੇ ਘਰ ਸੱਦ ਕੇ ਤੇ ਉਹਨਾਂ ਨੇ ਬੈਂਸ ਬੋਲ ਜਾ ਮਾਰ ਕੇ ਤੇ ਮਾਂ ਨੇ ਬਾਹਾਂ ਫੜ ਕੇ ਤੇ ਮੁੰਡੇ ਨੂੰ ਮੂੰਹ 'ਚ ਦਵਾਈ ਪਿਆ ਦਿੱਤੀ। ਹਾਂਜੀ, ਸਾਨੂੰ ਪਤਾ ਹੀ ਨਹੀਂ ਲੱਗਾ। ਜਦੋਂ ਘਰੇ ਅਸੀਂ ਆਏ, ਲਾਸ਼ ਸਾਡੇ ਕੋਲ ਤਾਂ ਮਿਲੀ ਸਾਨੂੰ ਤਾਂ। ਕਾਰਵਾਈ ਬਸ ਅਸੀਂ ਤਾਂ ਇਹ ਮੰਗ ਚਾਹੁੰਦੇ, ਬਸ ਉਹਨਾਂ ਨੂੰ ਮਾਂ ਪੁੱਤਰਾਂ ਨੂੰ ਜੇਲ੍ਹ 'ਚ ਚਾਹੀਦਾ ਬਸ, ਔਰ ਸਾਨੂੰ ਕੋਈ ਇਨਸਾਫ ਨਹੀਂ ਚਾਹੀਦਾ। ਬਸ ਘੱਟ ਜਿੰਨੀ ਵੀ ਹੋ ਸਕਦੀ ਉਹਨਾਂ ਨੂੰ ਮਿਲੇ ਉਹਨਾਂ ਨੂੰ। ਉਹ ਆਪਣੇ ਸ਼ੇਖਾਂ ਵਾਲੀ ਬਸਤੀ ਵਿੱਚ ਗੀਤਾ ਹੈ, ਉਹ ਦੇਵਾ ਦਾ ਕੰਮ ਕਰਦੀ ਸੀ। ਉਹਦੇ ਮੰਦਿਰ ਦੇ ਵਿੱਚ ਸਫਾਈ ਕਰਦਾ ਸੀਗਾ, ਸੇਵਾ ਕਰਦਾ ਸੀ। ਕੱਲ
ਉਹ ਦੇਵਾ ਜਿਹੜੀ ਗੀਤਾ ਹੈ ਤੇ ਉਹਦੇ ਲੜਕੇ ਨੇ ਉਹਦੀ ਕੁੱਟਮਾਰ ਕੀਤੀ ਤੇ ਉਹਦੇ ਮੂੰਹ 'ਚ ਜ਼ਹਿਰ ਪਾਤਾ। ਇਸ ਬੰਦੇ ਅਸੀਂ ਮੁਕੱਦਮਾ ਰਜਿਸਟਰ ਕਰ ਰਹੇ ਹਾਂ। ਅਸੀਂ ਇਸ ਬਾਰੇ ਵੈਰੀਫਾਈ ਕਰ ਰਹੇ ਹਾਂ, ਪੋਸਟਮਾਰਟਮ ਕਰਾ ਕੇ ਅਗਲੀ ਕਾਰਵਾਈ ਕਰਾਂਗੇ। ਉਹਨੇ ਡਰਾਈਵਰ ਦੇ ਲੱਤਾਂ ਸਿੱਧਾ ਫੈਲ ਮਾਰਿਆ ਤੇ ਡਰਾਈਵਰ ਦੇ ਬੂਟ ਤੇ ਫੈਰ ਵੀ ਵੱਜਾ ਜੀ ਤੇ ਹੁਣ ਪੁਲਿਸ ਨੂੰ ਕਾਲ ਕੀਤੀ ਆ ਜੀ, ਆਉਂਦੀ ਹੈ। ਠੀਕ। ਕੀ ਹੋਇਆ, ਕੀ ਕਿੰਨੇ ਵਜੇ ਹੋਇਆ, ਕੀ ਹੋਇਆ ਕੀ ਹੈ ਜਾਣੀ ਕਿ 12:30 ਵਜੇ ਦਾ ਵਾਕਿਆ ਹੈ। ਇੱਕ ਜਾਣੀ ਕਿ ਮੋਟਰਸਾਈਕਲ ਸਵਾਰ ਆਇਆ ਹੈ, ਉਹਨੇ ਜਾਣੀ ਕਿ ਚੱਲਦੀ ਬੱਸ ਤੇ ਜਾਣੀ ਕਿ ਸਾਡੇ ਗੋਲੀਆਂ ਚਲਾਈਆਂ। ਹਾਂਜੀ, ਸਵਾਰੀਆਂ ਵਿੱਚ ਅਸੀਂ, ਪਤਾ ਨਹੀਂ ਜਾਣੀ ਕਿ ਸਾਡੇ ਤੋਂ ਕੈਸ਼ ਪਾਉਣ ਦੀ ਨੀਤ ਨਾਲ ਉਹਨੇ ਗੋਲੀ ਚਲਾਈ ਹੈ, ਪਤਾ ਨਹੀਂ ਕਿਹੜੀ ਨੀਤ ਨਾਲ ਗੋਲੀ ਚਲਾਈ ਹੈ। ਜਾਣੀ ਕਿ ਸਾਡੇ ਤੋਂ ਘੱਟੋ ਘੱਟ 3 ਫਾਇਰ ਕੀਤੇ ਨੇ। ਹਾਂਜੀ, ਮੌਕੇ ਤੇ ਵੀਡੀਓ ਵੀ ਅਸੀਂ ਜਾਣੀ ਕਿ ਬੜਾ ਹੀ ਪੋਸਟਮਾਰਟਮ ਚੰਗੇ ਸਵਾਰੀਆਂ ਦਾ ਕੱਟ ਵੇਖ ਕੇ ਅਤੇ ਉਸ ਤੋਂ ਬਾਅਦ ਉਹ ਆਪਦਾ ਜਾਣੀ ਕਿ ਆਪਣਾ ਮੋਟਰਸਾਈਕਲ ਛੱਡ ਕੇ ਭੱਜ ਗਿਆ ਹੈ। ਜਾਣੀ ਕਿ ਮੌਕੇ ਤੋਂ ਆਪਣਾ ਮੋਟਰਸਾਈਕਲ ਛੱਡ ਕੇ ਫਰਾਰ ਹੋ ਗਿਆ। ਤੁਹਾਨੂੰ ਨਹੀਂ ਪਤਾ ਕਿੱਥੋਂ ਦਾ? ਨਹੀਂ, ਸਾਨੂੰ ਨਹੀਂ ਪਤਾ ਕਿੱਥੋਂ ਦਾ ਕੌਣ ਆਗੇ। ਇਕੱਲਾ ਹੀ ਸੀ ਜੀ, ਜਾਣੀ ਇੱਕ ਜਣਾ ਸੀਗਾ। ਗੋਲੀ ਮਾਰੀ ਇਹਨੇ? ਹਾਂਜੀ ਹਾਂਜੀ ਮੇਰੇ ਆ ਜਾਣੀ ਕਿ ਪੈਰਾਂ 'ਚ ਵੱਜੀਆਂ, ਪੈਰ 'ਚ ਵੱਜੀ, ਬੂਟ ਤੇ ਵੱਜੀ ਹੈ। ਟਿਕਟ ਮੈਂ ਜਾਣੀ ਕਿ ਪਾਸੇ ਹੋ ਗਿਆ ਜਮਾਂ। ਹਾਂਜੀ ਵੱਜੀ ਨਹੀਂ, ਉਹ ਸੜਕ ਦੇ ਵਿੱਚ ਜਾਣੀ ਕਿ ਬਾਗੀ ਗੋਲੀ ਪਾਸੇ ਹੋ ਗਿਆ। ਹਾਂਜੀ, ਪੁਲਿਸ ਵਾਲੇ ਮਤਲਬ ਕਿ ਆਪਣੇ ਕਬਜ਼ੇ ਕਰ ਲਿਆ ਤੇ ਇੱਕ ਰੋਂਦ ਵੀ ਉਹਨਾਂ ਕਬਜ਼ੇ ਕਰ ਲਿਆ। ਜਿਹੜਾ ਉਹ ਚੱਲਿਆ ਕਾਰਤੂਸੇ ਉਹ ਵੀ ਜਾਣੀ ਕਿ ਕਬਜ਼ੇ 'ਚ ਲੈ ਗਏ ਆਪਣੇ। ਹਾਂਜੀ, ਬੰਦੇ ਫਰਾਰ ਨੇ। ਤਿੰਨ ਜਾਣੀ ਕਿ ਸਾਡੀ ਜਾਣੀ ਕਿ ਮੰਗੇ ਕਿ 307 ਦਾ ਪਰਚਾ ਹੋਣਾ ਚਾਹੀਦਾ ਜੀ। ਬਾਈ ਦੇ ਵਿੱਚ ਜਾਣੀ ਕਿ ਮਤਲਬ ਕਿ ਸਾਡਾ ਜ਼ਿਆਦਾ ਨੁਕਸਾਨ ਹੋ ਜਾਂਦਾ ਜਾਂ ਸਵਾਰੀਆਂ ਦਾ ਨੁਕਸਾਨ ਹੋ ਜਾਂਦਾ। ਸਵਾਰੀ ਕਿਤੇ ਗੋਲੀ ਲੱਗ ਜਾਂਦੀ ਜਾਂ ਜਾਣੀ ਕਿ ਮੇਰੇ ਗੋਲੀ ਲੱਗ ਜਾਂਦੀ ਫੇਰ। ਤੇ ਸਰ ਜਿਹੜਾ ਰੋਡ ਤੇ ਕੀ ਹੋਇਆ, ਕੀ ਸੀਗਾ ਜਿਹੜਾ ਗੋਲੀਆਂ ਚੱਲੀਆਂ ਸੀ, ਕੀ ਹੋਇਆ? ਨਹੀਂ, ਗੋਲੀ ਨਹੀਂ, ਇਹ ਬੱਸ ਦਾ ਰਾਹ ਨੂੰ ਨਹੀਂ ਦਿੱਤਾ ਗਿਆ, ਤਾਂ ਕਿ ਪਿਛਾਉਣ ਡਿਆ ਸੀ। ਇਹਨਾਂ ਦੀ ਆਪਸ ਵਿੱਚ ਦਰਬਾਜੀ ਹੋ ਗਈ, ਉਹਨੇ ਕਿਤੇ ਫੈਰ ਕੱਢ ਕੇ ਮਾਰਿਆ। ਫਾਇਰ ਕੀਤੇ ਸਰ? ਹਾਂ, ਫੈਰ ਭੱਜ ਗਿਆ, ਬੰਦਾ ਟ੍ਰੇਸ ਹੋ ਗਿਆ। ਅੱਛਾ, ਬੰਦਾ ਟ੍ਰੇਸ ਕਰ ਲਿਆ? ਬੰਦਾ ਟ੍ਰੇਸ ਕਰ ਲਿਆ, ਬੰਦਾ ਟ੍ਰੇਸ ਹੋ ਗਿਆ। ਬਣਦੀ ਕਾਰਵਾਈ ਸਰ? ਬਣਦੀ ਕਾਰਵਾਈ ਹੋ ਰਹੀ ਹੈ, ਪਰਚਾ ਦਰਜ ਕਰ ਲਿਆ ਅਸੀਂ, ਬੜਾ ਛੇਤੀ ਅਰੈਸਟ ਕਰ ਲਾਂਗੇ। ਦੁਨੀਆ ਦੇ ਹਰ ਕੋਨੇ ਦੀ ਨਿਊਜ਼ ਤੁਹਾਡੀ ਆਪਣੀ ਭਾਸ਼ਾ ਵਿੱਚ 24 ਆਵਰਸ ਲਾਈਵ ਨਿਊਜ਼ ਚੈਨਲ ਫਾਸਟਵੇ ਟੀਵੀ ਅਤੇ ਸਾਡੇ YouTube ਚੈਨਲ ਫਾਸਟਵੇ ਟੀਵੀ USA ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰੋ ਤਾਂ ਕਿ ਨਵੀਂ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ। ਤੁਸੀਂ ਫਾਸਟਵੇ ਟੀਵੀ ਵੀ Facebook ਤੇ ਲਾਈਵ ਵੇਖ ਸਕਦੇ ਹੋ। ਫਾਸਟਵੇ ਟੀਵੀ ਦੀ ਐਪ ਤੁਸੀਂ ਐਪਲ ਅਤੇ ਐਂਡਰੋਇਡ ਫੋਨ ਤੇ ਡਾਊਨਲੋਡ ਕਰ ਸਕਦੇ ਹੋ। ਵਰਲਡ ਦੇ ਸਾਰੇ IPTV ਤੇ ਦੇਖਿਆ ਜਾਣ ਵਾਲਾ ਫਾਸਟਵੇ ਟੀਵੀ ਚੈਨਲ। ਜੇਕਰ ਤੁਸੀਂ ਆਪਣੇ ਇਲਾਕੇ ਦੀ ਕੋਈ ਵੀ ਨਿਊਜ਼ ਜਾਂ ਜਾਣਕਾਰੀ ਦੇਣਾ ਚਾਹੁੰਦੇ ਹੋ ਤਾਂ ਸਾਡੇ WhatsApp ਨੰਬਰ ਤੇ ਸੰਪਰਕ ਕਰੋ 9177469910। ਤੁਹਾਡਾ ਆਪਣਾ ਫਾਸਟਵੇ ਟੀਵੀ ਚੈਨਲ। ਰਾਜਨੀਤੀ ਦੇ ਦਾਅ ਪੇਚ ਹੋਣ ਜਾਂ ਖੇਡਾਂ ਦੀ ਰਾਜਨੀਤੀ, ਗੱਲ ਹੋਵੇ ਸਿਨੇਮਾ ਦੀ ਚਕਾਚੌਂਧ ਦੀ ਜਾਂ ਅਪਰਾਧ ਦੇ ਅਤਿਆਚਾਰ ਦੀ, ਆਮ ਹੋ ਜਾਂ ਖਾਸ, ਨੇਤਾ ਹੋ ਜਾਂ ਕਲਾਕਾਰ, ਗੱਲ ਸਮਾਜ ਦੇ ਹਰ ਪੱਖ ਦੀ, ਹਰ ਖਬਰ ਦਾ ਹੁੰਦਾ ਵੱਖਰਾ ਅੰਦਾਜ਼, ਹਰ ਖਬਰ ਦੀ ਹੁੰਦੀ ਵੱਖਰੀ ਜਿਹੀ ਗੱਲ। ਬਸ ਲੋੜ ਹੈ ਥੋੜੇ ਜਿਹੇ ਹੌਸਲੇ ਦੀ, ਸੱਚ ਕਹਿਣ ਅਤੇ ਸੱਚ ਵਿਖਾਉਣ ਦੀ ਹਿੰਮਤ। ਇਸੇ ਹਿੰਮਤ ਦੇ ਨਾਲ ਅਸੀਂ ਤੁਹਾਨੂੰ ਵਿਖਾਉਂਦੇ ਹਾਂ ਤੁਹਾਡਾ ਆਪਣਾ ਫਾਸਟਵੇ ਟੀਵੀ ਚੈਨਲ।